पुस्तक एक ऐसी चीज़ है जिन्नी पुरानी उन्ना वो मिलेगी नहीं तुहानूं। लाइब्रेरियां च जाना, फिर फोटो कापी करानियां, फिर जिल्दां बनानियां। सो वो एक जमाना मैं अपने फादर साहब का देखिया सी। पहला लाइब्रेरी खत्म हुई जदों सैकंड वर्ल्ड वॉर च बर्मा तो आए, क्योंकि उन्होंने जंपल बर्मा का ही है, एजुकेशन उत्थे सी, काफ़ी समान उत्थे रह गया। तो वो सैकंड वर्ल्ड वॉर 1941-42 की गल है, मतलब वो वापस आ गए तो लाहौर रहे ने। तो 41-42 तो लैके नीयर अबाउट 45-46 तक लाहौर रहे ने। तो फिर लाहौर लाइब्रेरी खराब हुई, फिर इधर आए, फिर लुधियाने 46 तो लैके फिर लुधियाने ही रहे ने। फिर उन्होंने लाइब्रेरी रीबिल्ड शुरू कर दी। कम से कम ਜਾਂ ਗੱਲ ਕਰੀਏ ਕਿੰਨੀ ਕੁ ਪੁਰਾਣੀਆਂ ਕਿਤਾਬਾਂ ਤੁਸੀਂ ਰੱਖੀਆਂ ਹੋਈਆਂ ਸੰਭਾਲ ਕੇ? तो ਜਿਹੜੀਆਂ ਤਾਂ ਕਿਤਾਬਾਂ ਨੇ ਉਹ 1845 ਤੋਂ ਸ਼ੁਰੂ ਹੋ ਜਾਤ ਕਰ, ਠੀਕ ਹੈ ਜੀ। ਤੇ ਜਿਹੜੀ ਧਾਰਮਿਕ ਗ੍ਰੰਥ ਨੇ ਉਹ 400 ਸਾਲ 350 ਸਾਲ ਪੁਰਾਣੇ ਵੀ ਹੈਗੇ ਨੇ। ਇਹ ਹੁਣ ਜਿਹੜੀ ਪੰਜਾਬੀ ਕਲਚਰ ਹੈ 70% ਪੰਜਾਬ ਜਿਹੜਾ ਉਹ ਪਾਕਿਸਤਾਨ 'ਚ ਰਹਿ ਗਿਆ, 30% ਇੱਧਰ। ਉਸ 30% 'ਚੋਂ ਵੀ ਅਸੀਂ ਆਪਣੀ ਸਿਆਸਤ ਦੀ ਖਾਤਰ ਅੱਗੇ ਫੇਰ ਵੰਡ ਲਿਆ। ਮੋਰਚੇ ਅਸੀਂ ਲਾਏ ਅਤੇ ਫਰੀ ਦੇ ਵਿੱਚ ਹਰਿਆਣਾ ਵੀ ਬਣਾ ਲਿਆ, ਹਿਮਾਚਲ ਵੀ ਬਣਾ ਲਿਆ, ਜੋ ਸਾਡੇ ਹਿੱਸੇ ਸਨ ਕਿਸੇ ਦੇ। ਅਤੇ ਪਾਣੀਪਤ ਤੱਕ ਲੋਕ ਪੰਜਾਬੀ ਬੋਲਦੇ ਸੀ, ਅਤੇ ਹੁਣ ਤਾਂ ਪੰਜਾਬ ਵੀ ਪੰਜਾਬੀ ਬੋਲਣ ਤੋਂ ਸ਼ਰਮ ਆਉਂਦੀ ਲੋਕਾਂ ਨੂੰ। ਇਹ ਜਿਹੜੇ ਪੁਰਾਣੇ ਖਰੜੇ ਹੁੰਦੇ ਨੇ ਉਹਨਾਂ ਵਿੱਚ ਬਹੁਤ ਇਤਿਹਾਸ ਛੁਪਿਆ ਹੁੰਦਾ, ਜਿਨ੍ਹਾਂ ਤੋਂ ਸਾਨੂੰ ਜਿਹੜੀ ਹੈ ਅੱਜ ਦੀ ਪੀੜ੍ਹੀ ਨੂੰ ਜਾਂ ਅੱਜ ਦੇ ਵਿਦਵਾਨ ਨੂੰ, ਖੋਜੀ ਨੂੰ ਉਸ ਤੋਂ ਹੀ ਸੇਧ ਮਿਲ ਸਕਦੀ ਹੈ। ਵਰਨਾ ਅੱਜ ਸ਼ਹਿਰਾਂ ਦੇ ਨਾਮ ਬਦਲ ਗਏ, ਅਤੇ ਪੁਰਾਣੇ ਇਤਿਹਾਸਕ ਸਰੋਤਾਂ 'ਚ ਸ਼ਹਿਰ ਕੁਝ ਹੋਰ ਲਿਖੇ ਨੇ, ਅਤੇ ਹੁਣ ਕਿਵੇਂ ਲੱਭੋਗੇ ਉਹਨਾਂ ਨੂੰ? ਬਾਕੀ ਜਿਹੜੀ ਵਿਰਾਸਤ ਹੁੰਦੀ ਹੈ ਨਾ, ਜਿਵੇਂ ਆਪਾਂ ਕਹਿੰਦੇ ਕੋਠੀ ਹੈ ਜੀ ਉਹ ਆਪਣੇ ਨਾਲ ਵਾਲੀ, ਪੈਸੇ ਨੇ ਉਹ ਟਰਾਂਸਫਰ ਕਰਾ ਲਏ, ਉਹ ਤਾਂ ਸੌਖੇ ਹੁੰਦੇ ਨੇ। ਇਹਨੂੰ ਸਾਂਭਣਾ ਔਖਾ ਹੁੰਦਾ, ਫਿਰ ਅੱਗੇ ਚਲਾਉਣਾ, ਉਸ ਲੈਗੇਸੀ ਨੂੰ ਲਿਜਾਣਾ ਇਹ ਔਖਾ ਹੁੰਦਾ। ਸੋ ਔਖਾ ਕੰਮ ਮੈਨੂੰ ਰੱਬ ਨੇ ਸੌਖਾ ਕਰਤਾ। ਅੱਜ ਕੱਲ੍ਹ ਦੇ ਦੌਰ ਦੇ ਵਿੱਚ ਕਿਤਾਬਾਂ ਪੜ੍ਹਨ ਨੂੰ ਲੋਕ ਤੁਸੀਂ ਬਹੁਤ ਘੱਟ ਦੇਖੇ ਹੋਣੇ ਨੇ। ਅੱਜ ਅਸੀਂ ਲੁਧਿਆਣਾ ਦੇ ਇੱਕ ਐਸੇ ਸ਼ਖਸ ਨਾਲ ਮਿਲਾਵਾਂਗੇ ਜਿਨ੍ਹਾਂ ਨੇ ਆਪਣੇ ਘਰੇ 100 200 ਸਾਲ ਪੁਰਾਣੀਆਂ ਕਿਤਾਬਾਂ ਰੱਖੀਆਂ ਹੋਈਆਂ ਨੇ, ਲਾਇਬ੍ਰੇਰੀ ਬਣਾਈ ਹੋਈ ਹੈ। ਸਾਡੇ ਨਾਲ ਮੌਜੂਦ ਹੈ ਅਨੁਰਾਗ ਜੀ। ਅਨੁਰਾਗ ਜੀ ਨਾਲ ਗੱਲ ਕਰਦੇ ਹਾਂ। ਅਨੁਰਾਗ ਜੀ, ਪੰਜਾਬੀ ਲੋਕ ਚੈਨਲ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨੁਰਾਗ ਜੀ, ਇੰਨੇ ਸਾਲ ਪੁਰਾਣੀਆਂ ਤੁਸੀਂ ਕਿਤਾਬਾਂ ਰੱਖੀਆਂ ਹੋਈਆਂ, ਕੀ ਸੋਚ ਕੇ ਇੱਦਾਂ ਦੀ ਤੁਹਾਡੇ ਦਿਮਾਗ 'ਚ ਗੱਲ ਆਈ ਤੁਸੀਂ ਇਹ ਚੀਜ਼ਾਂ ਰੱਖੀਆਂ ਸਾਰੀਆਂ ਪੁਰਾਣੀਆਂ? ਦੇਖੋ, ਪੁਸਤਕ ਇੱਕ ਐਸੀ ਚੀਜ਼ ਹੈ ਜਿੰਨੀ ਪੁਰਾਣੀ ਉਹਨਾਂ ਉਹ ਮਿਲੇਗੀ ਨਹੀਂ ਤੁਹਾਨੂੰ। ਅਤੇ ਮੈਂ ਆਪਣੇ ਫਾਦਰ ਸਾਹਿਬ ਡਾਕਟਰ ਤਲੋਚਨ ਸਿੰਘ ਨੂੰ ਦੇਖਿਆ ਇਸ ਕੰਮ 'ਤੇ ਮਿਹਨਤ ਕਰਦਿਆਂ। ਲਾਇਬ੍ਰੇਰੀਆਂ ਘੁੰਮ, ਉਸ ਵਕਤ ਫੋਟੋ ਕਾਪੀ ਵੀ ਨਹੀਂ ਸੀ, ਡਾਇਰੀਆਂ 'ਚ ਨੋਟ ਕਰਨਾ, ਫਿਰ ਲਾਇਬ੍ਰੇਰੀ ਨੇ ਨੋਟ ਕਰ ਉੱਤੇ ਮੋਹਰ ਲਾ ਰਿਹਾ ਕਿ ਵੀ ਇਹਨਾਂ ਨੇ ਇੱਥੋਂ ਰਿਸਰਚ ਕੀਤੀ, ਫਿਰ ਉਹ ਕਿਤਾਬ ਲਿਖਦੇ ਸੀ। ਫਿਰ ਲਾਇਬ੍ਰੇਰੀਆਂ 'ਚ ਜਾਣਾ, ਫਿਰ ਫੋਟੋ ਕਾਪੀ ਕਰਾਉਣੀਆਂ, ਫਿਰ ਜਿਲਦਾਂ ਬਣਾਉਣੀਆਂ। ਸੋ ਉਹ ਇੱਕ ਜ਼ਮਾਨਾ ਮੈਂ ਆਪਣੇ ਫਾਦਰ ਸਾਹਿਬ ਦਾ ਦੇਖਿਆ ਸੀ। ਅਤੇ ਫੋਰਚੂਨੇਟਲੀ ਕੀ ਸੀ ਕਿ ਕੁਝ ਕਿਤਾਬਾਂ ਐਸੀਆਂ ਹੋਈਆਂ ਕਿ ਜਿਹੜੀਆਂ ਕਿ ਸਾਰੀਆਂ ਰੀਪ੍ਰਿੰਟ ਹੋਣੀਆਂ ਸ਼ੁਰੂ ਹੋ ਗਈਆਂ। ਇੱਕ ਤਾਂ ਮੈਂ ਇਹ ਰੱਖਿਆ ਕਿ ਵੀ ਮੈਂ ਜਿੰਨਾ ਕੰਸਨਟਰੇਸ਼ਨ ਘਰ 'ਚ ਬੈਠਾਂਗਾ, ਕੰਮ ਕਰ ਸਕਾਂਗਾ, ਅਤੇ ਰਿਸਰਚ ਜਿਹੜਾ ਜ਼ਿਆਦਾ ਹੋ ਸਕੇਗੀ। ਘੁੰਮਣ ਫਿਰਨ 'ਤੇ ਉਹਨਾਂ ਟਾਈਮ ਨਾ ਲੱਗੇ ਜਿੰਨਾ ਪਿਤਾ ਜੀ ਨੂੰ ਲੱਗਦਾ ਰਿਹਾ। ਤੋ ਸੋਚਣਾ ਇਹ ਹੈ ਕਿ ਕਿਤਾਬ ਇੱਕ ਐਸੀ ਚੀਜ਼ ਹੈ ਜਿਹੜੀ ਰੂਹ ਦੀ ਖੁਰਾਕ ਹੁੰਦੀ ਹੈ। ਕਿਤਾਬਾਂ ਵੀ ਹਰੇਕ ਤਰ੍ਹਾਂ ਦੀ, ਜਿਵੇਂ ਬੰਦੇ ਨੇ
ਉਹਦਾ ਹੀ ਅਕਸ ਜਿਹੜਾ ਉਹਨਾਂ ਦੀ ਕਿਤਾਬ ਤੋਂ ਨਿਕਲਦਾ ਹੈ। ਤੋ ਕਿਤਾਬ ਵੀ ਹਰੇਕ ਤਰ੍ਹਾਂ ਦੀ ਤੁਹਾਨੂੰ ਲਾਇਬ੍ਰੇਰੀ 'ਚ ਰੱਖਣੀ ਪੈਂਦੀ ਹੈ, ਕਿਉਂਕਿ ਜਦੋਂ ਤੁਸੀਂ ਕੋਈ ਇਤਿਹਾਸਕ ਕਿਤਾਬ ਲਿਖਣੀ ਹੈ ਜਾਂ ਧਰਮ 'ਤੇ ਵੀ ਕੋਈ ਚੀਜ਼ ਲਿਖਣੀ ਹੈ ਤਾਂ ਤੁਹਾਨੂੰ ਉਹਦਾ ਆਲੋਚਨਾ ਜਿਹਦੀ ਆਲੋਚਨਾ ਕਰਨੀ ਹੈ ਆਲੋਚਨਾ, ਜਿਹਨੂੰ ਤੁਸੀਂ ਕੋਟ ਕਰਨਾ ਹੈ ਉਹਨੂੰ ਕੋਟ ਕਰੋਗੇ, ਉਹਦਾ ਧੰਨਵਾਦ ਵੀ ਕਰੋਗੇ। ਸੋ ਇਹ ਚੀਜ਼ਾਂ ਦੋਵੇਂ ਤਰ੍ਹਾਂ ਦੀ ਤੁਹਾਨੂੰ ਕਿਤਾਬਾਂ ਰੱਖਣੀਆਂ ਪੈਂਦੀਆਂ ਨੇ। ਮੈਂ ਇਸ ਪਰਪਸ ਦੇ ਨਾਲ ਇਹ ਸਾਰੀ ਲਾਇਬ੍ਰੇਰੀ ਜਿਹੜੀ ਹੈ ਉਹ ਇਸਟੈਬਲਿਸ਼ ਕੀਤੀ। ਅਨੁਰਾਗ ਜੀ, ਇਹ ਕਿੰਨੇ ਕੁ ਸਾਲ ਪੁਰਾਣੀਆਂ ਤੁਹਾਡੇ ਕੋਲ, ਕਮ ਸੇ ਕਮ ਜਾਂ ਗੱਲ ਕਰੀਏ ਕਿੰਨੀ ਕੁ ਪੁਰਾਣੀਆਂ ਕਿਤਾਬਾਂ ਤੁਸੀਂ ਰੱਖੀਆਂ ਹੋਈਆਂ ਸੰਭਾਲ ਕੇ? ਉਹ ਜਿਹੜੀਆਂ ਤਾਂ ਕਿਤਾਬਾਂ ਨੇ ਉਹ 1845 ਤੋਂ ਸ਼ੁਰੂ ਹੋ ਜਾਓ ਕਰ ਲਓ, ਠੀਕ ਹੈ ਜੀ। ਅਤੇ ਜਿਹੜੀ ਧਾਰਮਿਕ ਗ੍ਰੰਥ ਨੇ ਉਹ ਕੋਈ 400 ਸਾਲ 350 ਸਾਲ ਪੁਰਾਣੇ ਵੀ ਹੈਗੇ ਨੇ। ਅਤੇ ਧਾਰਮਿਕ ਗ੍ਰੰਥ ਹਰੇਕ ਧਰਮ ਦੇ ਮਿਲਦੇ ਨੇ। ਗੁਰੂ ਗੋਬਿੰਦ ਸਿੰਘ ਦੇ ਕੋਟ ਪੋਇਟ ਸੀ ਟਹਿਕਣ, ਉਹਨਾਂ ਨੇ ਅਸ਼ਵਮੇਧ ਯੱਗ ਮਾਰਤ ਪਰਵ ਜਿਹੜਾ ਉਹਦਾ ਅਸ਼ਵਮੇਧ ਪਰਵ ਦਾ ਪੰਜਾਬੀ ਤਰਜਮਾ ਕੀਤਾ ਸੀ, ਉਹ ਆਪਣੇ ਕੋਲ ਓਰੀਜਨਲ ਪਿਆ। ਇਵੇਂ ਸੁੱਖਾ ਸਿੰਘ ਗੁਰਬਲਾਸ ਪਾਤਸ਼ਾਹੀ 10ਵੀਂ ਹੈ 1797 ਦਾ ਓਰੀਜਨਲ ਹੈ, ਉਹ ਆਪਣੇ ਕੋਲ ਪਿਆ। ਇਵੇਂ 1668 ਦੀ ਗੁਰੂ ਤੇਗ ਬਹਾਦਰ ਸਾਹਿਬ ਦੀ ਇੱਕ ਟਾਕੇ ਜਿਹੜਾ ਉਸ ਵਕਤ ਟਾਕੇ ਦਾ ਗਵਰਨਰ ਸੀ ਸ਼ਾਇਸਤਾ ਖਾਂ, ਉਹਦਾ ਪੇਂਟਰ ਸੀ ਅਹਿਸਾਨ, ਉਹਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਪੇਂਟਿੰਗ ਬਣਾਈ, ਉਹ ਆਪਣੇ ਕੋਲ ਪਈ ਹੈ। ਗੁਰੂ ਗੋਬਿੰਦ ਸਿੰਘ ਦੀ ਜਦੋਂ ਤਾਜਪੋਸ਼ੀ ਹੁੰਦੀ ਉਸ ਤੋਂ 1 ਸਾਲ ਬਾਅਦ 10 ਸਾਲ ਦੀ ਉਮਰ 'ਚ ਉਹਦੀ ਪੇਂਟਿੰਗ ਪਈ ਹੈ। ਉਹ ਇਹ ਜਿਹੜੇ ਪੁਰਾਣੇ ਖਰੜੇ ਹੁੰਦੇ ਨੇ ਉਹਨਾਂ ਵਿੱਚ ਬਹੁਤ ਇਤਿਹਾਸ ਛੁਪਿਆ ਹੁੰਦਾ, ਜਿਨ੍ਹਾਂ ਤੋਂ ਸਾਨੂੰ ਜਿਹੜੀ ਹੈ ਅੱਜ ਦੀ ਪੀੜ੍ਹੀ ਨੂੰ ਜਾਂ ਅੱਜ ਦੇ ਵਿਦਵਾਨ ਨੂੰ ਖੋਜੀ ਨੂੰ ਉਸ ਤੋਂ ਹੀ ਸੇਧ ਮਿਲ ਸਕਦੀ ਹੈ। ਵਰਨਾ ਅੱਜ ਸ਼ਹਿਰਾਂ ਦੇ ਨਾਮ ਬਦਲ ਗਏ, ਅਤੇ ਪੁਰਾਣੇ ਇਤਿਹਾਸਕ ਸਰੋਤਾਂ 'ਚ ਸ਼ਹਿਰ ਕੁਝ ਹੋਰ ਲਿਖੇ ਨੇ, ਅਤੇ ਹੁਣ ਕਿਵੇਂ ਲੱਭੋਗੇ ਉਹਨਾਂ ਨੂੰ? ਠੀਕ ਹੈ, ਉਸ ਕੰਮ ਵਿੱਚ ਅੰਗਰੇਜ਼ਾਂ ਨੇ ਬਹੁਤ ਕੰਮ ਕੀਤਾ ਹੈ, ਸਰਵੇ ਕੀਤੇ ਹੋਏ ਨੇ, ਉਹਨਾਂ ਦੇ ਨਾਮ ਦਿੱਤੇ ਨੇ ਸ਼ਹਿਰਾਂ ਦੇ, ਫਿਰ ਸ਼ਹਿਰਾਂ ਦੀ ਆਬਾਦੀ, ਸ਼ਹਿਰਾਂ ਦੇ ਸਿਸਟਮ ਕੀ ਸੀ, ਸਾਰੀ ਚੀਜ਼ ਦਿੱਤੀ। ਇਵੇਂ ਉਹਨਾਂ ਨੇ ਐਜੂਕੇਸ਼ਨ ਸਿਸਟਮ ਦੇ ਦਿੱਤਾ ਹੈ ਵੀ ਪੰਜਾਬ 'ਚ 1848 ਦੇ ਵਿੱਚ ਕਿਹੜੇ ਸਕੂਲ, ਕਿਹੜੇ ਮਦਰਸੇ, ਕਿਹੜੀਆਂ ਪਾਠਸ਼ਾਲਾ ਸੀ, ਉਹਨਾਂ 'ਚ ਕਿਹੜੇ ਮੌਲਵੀ, ਕਿਹੜੇ ਟੀਚਰ ਸੀ ਅਤੇ ਕਿੰਨੇ ਸਟੂਡੈਂਟ ਸੀ। ਇਹ ਇੰਨਾ ਜਿਹੜਾ ਬਿਗ ਸਰਵੇ ਜਿਹੜਾ ਹੈ ਉਹ ਆਮ ਬੰਦੇ ਦਾ ਕੰਮ ਨਹੀਂ ਸੀ। ਉਹਨੇ ਰਾਜ ਕਰਨ ਦੀ ਖਾਤਰ ਕਹਿੰਦੇ ਨੋ ਯੋਰ ਪੀਪਲ ਦੈਨ ਰੂਲ ਦੀ ਪੀਪਲ। ਗਲੋਸਰੀ ਆਫ ਜਿਹੜੀ ਇਹ ਸਾਰੀ ਜਿੰਨੀਆਂ ਜਾਤਾਂ ਪਾਤਾਂ ਦੇ ਜਿੰਨੀਆਂ ਜਾਤਾਂ ਜਿੰਨੇ ਵੀ ਆਪਣੇ ਪ੍ਰਦੇਸ਼ ਆ ਉਹਨਾਂ ਦੀ ਗਲੋਸਰੀ ਬਣਾਈਆਂ ਵੀ ਲੋਕਾਂ ਦੇ ਹੈਬਿਟਸ ਕਿਸ ਤਰ੍ਹਾਂ ਦੀਆਂ, ਕਿਉਂਕਿ ਕਲਚਰ ਜਿਹੜੀ ਹੈ ਨਾ ਉਹ ਬੰਦੇ ਨੂੰ ਜੋੜਦੀ ਹੈ, ਧਰਮ ਨਹੀਂ ਇੰਨਾ ਜੋੜਦਾ। ਨਹੀਂ ਤਾਂ ਦੇਖੋ ਜਦੋਂ ਪਾਕਿਸਤਾਨ ਆਪਣਾ ਵੰਡ ਹੋਈ ਹੈ 1947 'ਚ, ਅੰਗਰੇਜ਼ਾਂ ਨੇ ਉਦੋਂ ਹੀ ਕਹਿ ਦਿੱਤਾ ਸੀ ਈਸਟ ਅਤੇ ਵੈਸਟ ਪਾਕਿਸਤਾਨ ਇਹ ਇਕੱਠੇ ਨਹੀਂ ਰਹਿਣਗੇ ਬਹੁਤੀ ਦੇਰ। ਵਜ੍ਹਾ ਵੀ ਭਾਵੇਂ ਧਰਮ ਇੱਕੋ ਹੈ ਲੇਕਿਨ ਕਲਚਰ ਨਹੀਂ ਹੈ, ਸੱਭਿਆਚਾਰ ਅਲੱਗ ਹੈ। ਬੋਲੀ ਉਹਨਾਂ ਦੀ ਬੰਗਾਲੀ ਹੈ, ਇੱਧਰ ਪੰਜਾਬੀ ਹੈ, ਜ਼ਿਆਦਾ ਬਲੋਚੀ ਹੈ, ਸਿੰਧੀ ਹੈ। ਸੋ ਜਿਹੜੀ ਕਲਚਰ ਹੈ ਉਹ ਬਹੁਤ ਜ਼ਿਆਦਾ ਵੱਡਾ ਰੋਲ ਅਦਾ ਕਰਦੀ ਹੈ ਜਿਹੜੀ ਹੈ ਤੁਹਾਨੂੰ ਯੂਨਾਈਟ ਕਰਨ ਦੇ ਵਿੱਚ। ਸੋ ਬਹੁਤੀ ਦੇਰ ਨਹੀਂ ਲੱਗੀ, ਉਹ ਅਲੱਗ ਹੋ ਗਿਆ। ਇਵੇਂ ਹੁਣ ਜਿਹੜੀ ਪੰਜਾਬੀ ਕਲਚਰ ਹੈ 70% ਪੰਜਾਬ ਜਿਹੜਾ ਉਹ ਪਾਕਿਸਤਾਨ 'ਚ ਰਹਿ ਗਿਆ, 30% ਇੱਧਰ। ਉਸ 30% 'ਚੋਂ ਵੀ ਅਸੀਂ ਆਪਣੀ ਸਿਆਸਤ ਦੀ ਖਾਤਰ ਅੱਗੇ ਫੇਰ ਵੰਡ ਲਿਆ, ਮੋਰਚੇ ਅਸੀਂ ਲਾਏ ਅਤੇ ਫਰੀ ਦੇ ਵਿੱਚ ਹਰਿਆਣਾ ਵੀ ਬਣਾ ਲਿਆ, ਹਿਮਾਚਲ ਵੀ ਬਣਾ ਲਿਆ, ਜੋ ਸਾਡੇ ਹਿੱਸੇ ਸਨ ਕਿਸੇ ਅਤੇ ਪਾਣੀਪਤ ਤੱਕ ਲੋਕ ਪੰਜਾਬੀ ਬੋਲਦੇ ਸੀ। ਅਤੇ ਹੁਣ ਤਾਂ ਪੰਜਾਬ 'ਚ ਵੀ ਪੰਜਾਬੀ ਬੋਲਣ ਤੋਂ ਸ਼ਰਮ ਆਉਂਦੀ ਲੋਕਾਂ ਨੂੰ। ਇਹ ਸਾਡੇ ਜਿਹੜੇ ਇਹਨਾਂ ਸਿਆਸਤ ਨੇ ਨੁਕਸਾਨ ਕੀਤੇ ਨੇ। ਤਾਂ ਇਹ ਇਸ ਕਰਕੇ ਕਿਉਂਕਿ ਅਸੀਂ ਆਪਣਾ ਪਿਛਲਾ ਪਿਛੋਕੜ ਕਦੀ ਨਹੀਂ ਪੜ੍ਹਦੇ। ਜਿੰਨਾ 'ਚ ਪਿਛਲਾ ਪਿਛੋਕੜ ਨਹੀਂ ਪਤਾ ਹੋਏਗਾ ਪ੍ਰੈਜ਼ੈਂਟ ਬਣਦਾ ਨਹੀਂ ਅਤੇ ਫਿਊਚਰ ਵਿਗੜਦਾ। ਇਹ ਮੇਰੀ ਮਤਲਬ ਕਿ ਆਪਣੀ ਧਾਰਨਾ ਹੈ। ਸਰ, ਜੇ ਆਪਾਂ ਗੱਲ ਕਰੀਏ ਤੁਸੀਂ ਧਾਰਮਿਕ ਰਿਲੇਟਡ ਵੀ ਕਾਫੀ ਕਿਤਾਬਾਂ ਰੱਖੀਆਂ ਹੋਈਆਂ ਨੇ, ਅਤੇ ਹੋਰ ਕਿਹੜੇ ਇੱਦਾਂ ਦੇ ਸਬਜੈਕਟ ਆ ਜਿਹੜੇ ਕਿ ਜ਼ਿਆਦਾ ਮੇਨ ਇੰਪੋਰਟੈਂਟ ਜਿਹੜੇ ਲਾਈਫ ਦੇ ਵਿੱਚ ਹੈਗੇ ਨੇ, ਜਿਹੜੇ ਜ਼ਰੂਰੀ ਨੇ, ਕਿਹੜੇ ਰੱਖੇ? ਦੇਖੋ ਸਾਹਿਤ ਹੈ, ਸਾਹਿਤ ਇੱਕ ਐਸੀ ਚੀਜ਼ ਹੈ ਕਿ ਹਰੇਕ ਸਾਹਿਤ ਦੇ ਵਿੱਚ ਕੋਈ ਨਾ ਕੋਈ ਚੀਜ਼ ਤੁਹਾਨੂੰ ਅਕਲ ਦੇਣ ਵਾਲੀ ਹੋਏਗੀ। ਕਿਤਾਬਾਂ ਨੂੰ ਕਿਉਂ ਕਹਿੰਦਾ ਬੁੱਕਸ ਆਫ ਵਿਜ਼ਡਮ, ਅਕਲ ਦੇਣ ਵਾਲੀ ਹੋਏਗੀ। ਅਤੇ ਪਿਤਾ ਜੀ ਨੂੰ ਤਾਂ ਬੰਗਾਲੀ, ਉੜੀਆ, ਸੰਸਕ੍ਰਿਤ, ਬ੍ਰਜ ਸਾਰੀਆਂ ਭਾਸ਼ਾ ਦਾ ਗਿਆਨ ਸੀ ਅਤੇ ਉਹਨਾਂ ਨੇ ਬੰਗਾਲੀ ਲਿਟਰੇਚਰ ਬਹੁਤ ਰੱਖਿਆ। ਸਾਹਿਤ ਜਿਹੜਾ ਹੈ ਬੰਗਾਲੀ ਸਾਹਿਤ ਹੈ, ਤਾਮਿਲ ਸਾਹਿਤ ਹੈਗਾ, ਉੜੀਆ ਸਾਹਿਤ ਵੀ ਹੈ, ਔਰ ਸੰਸਕ੍ਰਿਤ ਸਾਹਿਤ, ਦੈਨ ਬ੍ਰਜ ਸਾਹਿਤ, ਹਿੰਦੀ ਸਾਹਿਤ, ਇੰਗਲਿਸ਼ ਸਾਹਿਤ, ਪੰਜਾਬੀ ਸਾਹਿਤ ਤਾਂ ਹੋਏਗਾ ਹੀ। ਠੀਕ ਹੈ, ਸਾਹਿਤ ਇੱਕ ਐਸਾ ਹੈ ਕਿ ਇੱਕ ਕਾਮਨ ਕਲਚਰ ਜਿਹੜੀਆਂ ਹੁੰਦੀਆਂ ਨੇ ਇੱਕ ਕਾਮਨ ਗਰਾਊਂਡ ਹੈ
ਇੱਕ ਦੂਜੇ ਨੂੰ ਸਮਝਣ ਦਾ। ਜਿੰਨਾ ਤੱਕ ਮੈਂ ਕਿਸੇ ਦੀ ਕਲਚਰ ਨੂੰ ਨਹੀਂ ਸਮਝਾਂਗਾ, ਉਹਨੂੰ ਰਿਸਪੈਕਟ ਹੀ ਨਹੀਂ ਦਿਆਂਗਾ, ਤੇ ਮੈਨੂੰ ਕੌਣ ਰਿਸਪੈਕਟ ਦੇਗਾ। ਇਹ ਸਾਡੇ ਗੁਰੂ ਨਾਨਕ ਦੇਵ ਜੀ ਦਾ ਇੱਕ ਸੰਦੇਸ਼ ਸੀ, ਜਦੋਂ ਸਾਰੇ ਦੁਨੀਆ ਦਾ ਰਟਨ ਕਰ ਰਹੇ ਨਾ, ਵੀ ਸਭ ਨੂੰ ਜਾ ਕੇ ਮਿਲੋ, ਉਹਨਾਂ ਦੀ ਬੋਲੀ 'ਚ ਮਿਲੋ, ਉਹਨਾਂ ਦੀ ਬੋਲੀ 'ਚ ਉਹਨਾਂ ਨੂੰ ਸਲਾਮ ਕਰੋ। ਪਰ ਅਸੀਂ ਉਹ ਇੰਨਾ ਕੁ ਆਪਣੇ ਆਪ ਨੂੰ ਸੌੜਾ ਕਰ ਲਿਆ, ਜਿਹੜਾ ਕੁਝ ਵੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ ਨਾ, ਵਿਸ਼ਾਲ ਕੀਤਾ ਸੀ ਜਿਹੜਾ ਦਾਇਰਾ ਸਿੱਖੀ ਦਾ, ਉਹ ਬਹੁਤ ਸੌੜਾ ਕਰ ਲਿਆ। ਹਰੇਕ ਧਰਮ ਦੇ ਬੰਦੇ, ਹਰੇਕ ਜਾਤ ਦੇ ਬੰਦੇ, ਹਰੇਕ ਮਤਲਬ ਉਹ ਕਹਿੰਦੇ ਸਕਾਲਰ ਹੈ। ਜਿਹੜਾ ਇੱਕ ਭਰਮ ਸੀ ਨਾ ਵੀ ਸਕਾਲਰ ਸਿਰਫ ਇੱਕ ਬ੍ਰਾਹਮਣ ਬਣ ਸਕਦਾ, ਉਹ ਉਹਨਾਂ ਨੇ ਤੋੜਤਾ ਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਭਗਤ ਨੇ ਨਾ, ਉਹ ਉੱਚੀ ਜਾਤ ਵਾਲੇ ਭਗਤ ਨਹੀਂ। ਸਰ ਜੇ ਆਪਾਂ ਗੱਲ ਕਰੀਏ, ਤੁਹਾਡੇ ਫਾਦਰ ਸਾਹਿਬ ਵੀ ਇਸੇ ਮਤਲਬ ਉਹਨਾਂ ਨੇ ਵੀ ਇੱਦਾਂ ਲਾਇਬ੍ਰੇਰੀ ਬਣਾਈ ਸੀ, ਉਹਨਾਂ ਵੱਲੋਂ ਇਹ ਚੱਲਦਾ ਰਿਹਾ ਲਾਇਬ੍ਰੇਰੀ ਦਾ ਸਿਸਟਮ? ਫਾਦਰ ਸਾਹਿਬ ਡਾਕਟਰ ਤਰਲੋਚਨ ਸਿੰਘ ਜੀ, ਪਹਿਲਾਂ ਲਾਇਬ੍ਰੇਰੀ ਖਤਮ ਹੋਈ ਜਦੋਂ ਸੈਕੰਡ ਵਰਲਡ ਵਾਰ 'ਚ ਬਰਮਾ ਤੋਂ ਆਏ, ਕਿਉਂਕਿ ਉਹਨਾਂ ਦਾ ਜੰਮਪਲ ਬਰਮਾ ਦਾ ਹੀ ਹੈ, ਐਜੂਕੇਸ਼ਨ ਉੱਥੇ ਸੀ, ਕਾਫੀ ਸਮਾਨ ਉੱਥੇ ਰਹਿ ਗਿਆ। ਤਾਂ ਉਹ ਸੈਕੰਡ ਵਰਲਡ ਵਾਰ 1941-42 ਦੀ ਗੱਲ ਹੈ, ਮਤਲਬ ਉਹ ਵਾਪਸ ਆ ਗਏ ਅਤੇ ਉਹ ਲਾਹੌਰ ਰਹੇ ਨੇ। ਅਤੇ 41-42 ਤੋਂ ਲੈ ਕੇ ਨੀਅਰ ਅਬਾਊਟ 45-46 ਤੱਕ ਲਾਹੌਰ ਰਹੇ ਨੇ। ਅਤੇ ਫਿਰ ਲਾਹੌਰ ਲਾਇਬ੍ਰੇਰੀ ਖਰਾਬ ਹੋਈ, ਫਿਰ ਇੱਧਰ ਆਏ, ਫਿਰ ਲੁਧਿਆਣੇ 46 ਤੋਂ ਲੈ ਕੇ ਫਿਰ ਲੁਧਿਆਣੇ ਹੀ ਰਹੇ ਨੇ। ਫਿਰ ਉਹਨਾਂ ਨੇ ਲਾਇਬ੍ਰੇਰੀ ਰੀਬਿਲਡ ਸ਼ੁਰੂ ਕੀਤੀ। ਤਾਂ ਉਹਨਾਂ ਦੇ ਸਮੇਂ ਦੀਆਂ ਕਿਤਾਬਾਂ ਕਾਫੀ ਜਿਹੜੀਆਂ ਨੇ, ਉਹ ਹੁਣ ਦੇਖੋ ਉਹਨਾਂ ਨੂੰ ਜਿਹੜੀਆਂ ਨਾ ਦੁਬਾਰਾ ਜਿਲਦਾਂ ਬਣਾਉਣੀਆਂ, ਉਹ ਕੰਮ ਸ਼ੁਰੂ ਕੀਤਾ। ਨੀਅਰ ਅਬਾਊਟ 500 ਕਿਤਾਬ ਛਾਪਤੀ ਹੈ, ਜਿਨ੍ਹਾਂ ਨੂੰ ਨਵੀਆਂ ਜਿਲਦਾਂ ਬਣਨ ਦੀ ਲੋੜ ਹੈਗੀ ਹੈ, ਕਿਉਂਕਿ ਉਹਨੂੰ ਪ੍ਰੀਜ਼ਰਵ ਕਰਨਾ। ਅਤੇ ਉਹ ਆਪਣੇ ਆਪ 'ਚ ਇੱਕ ਬਹੁਤ ਵੱਡਾ ਖਜ਼ਾਨਾ ਹੈ। ਹੁਣ ਤਾਮਿਲ ਪੋਇਟ ਸੁਬਰਾਮਣੀਅਮ ਹੈ, ਸੁਬਰਾਮਣੀਅਮ ਭਾਰਤੀ ਨੇ ਜਿਹੜੀ ਖਾਲਸਾ ਸਾਜਨਾ 'ਤੇ ਪੋਇਮ ਲਿਖੀ ਹੈ, ਉਹ ਪੜ੍ਹਨ ਵਾਲੀ ਹੈ। ਉਹ ਛਾਪੀ ਹੈ ਅੰਗਰੇਜ਼ੀ ਦਾ ਟਰਾਂਸਲੇਸ਼ਨ, ਠੀਕ ਹੈ। ਪ੍ਰੇਮਾਨੰਦ ਕੁਮਾਰ ਤਾਮਿਲ ਰਾਈਟਰ ਹੋਏ ਨੇ, ਉਹਨਾਂ ਨੇ ਉਹਦੀ ਟਰਾਂਸਲੇਸ਼ਨ ਕੀਤੀ ਸੀ। ਇਵੇਂ ਟੈਗੋਰ ਸਾਹਿਬ ਨੇ ਗੁਰੂ ਗੋਬਿੰਦ ਸਿੰਘ 'ਤੇ ਜਿਹੜੀ ਪੋਇਮ ਲਿਖੀ ਹੈ, ਉਹ ਕਦੀ ਵੀ ਪੌਂਟਾ ਸਾਹਿਬ ਨਹੀਂ ਆਏ, ਪਰ ਉਹਨਾਂ ਦਾ ਦੇਖੋ ਉਹਦਾ ਵਿਜ਼ਨ ਹੈ, ਉਹਨਾਂ ਚਿੱਤਰਨ ਜਿਹੜਾ ਪੌਂਟਾ ਸਾਹਿਬ ਦਾ ਕਰਤਾ, ਉਹ ਪੂਰਾ ਉਹਦੀ ਟਰਾਂਸਲੇਸ਼ਨ ਫਾਦਰ ਸਾਹਿਬ ਕੀਤੀ। ਇਵੇਂ ਹੀ ਬਾਬਾ ਬੰਦਾ ਬਹਾਦਰ 'ਤੇ ਇਹਨਾਂ ਦੀ ਟੈਗੋਰ ਜੀ ਦੀ ਪੋਇਮ ਹੈ ਬੰਦੀ ਵੀਰ, ਕਿਆ ਮੇਰੇ ਕੋਲ ਉੱਥੇ ਸਕੂਲਾਂ 'ਚ ਲੱਗੀ ਹੋਈ ਹੈ। ਸਾਨੂੰ 200 ਸਵਾ ਦੀ ਕਿਤਾਬ ਜਿਹੜਾ ਬੰਦਾ ਬਹਾਦਰ ਦੀ ਇੰਨੀ ਚੀਜ਼ ਨਹੀਂ ਦੇ ਸਕਦੀ, ਜਿਹੜੀ ਉਹ 1.5 ਪੇਜ ਦੀ ਪੋਇਮ ਹੈ। ਇਵੇਂ ਭਾਈ ਤਾਰੂ ਸਿੰਘ ਦੇ ਉੱਤੇ ਉਹਨਾਂ ਨੇ ਪੋਇਮ ਲਿਖੀ ਹੈ। ਸੋ ਸਾਨੂੰ ਜਿਹੜੇ ਦੂਸਰੇ ਬੰਦਿਆਂ ਨੇ ਸਿੱਖੀ ਦੇ ਵਿੱਚ ਲਿਖਿਆ ਨਾ, ਉਹ ਵੀ ਪ੍ਰਮੋਟ ਕਰਨੇ ਬਹੁਤ ਜ਼ਰੂਰੀ ਨੇ। ਸਰ ਜੇ ਗੱਲ ਕਰੀਏ, ਤੁਸੀਂ ਆਪਣੇ ਫਾਦਰ ਸਾਹਿਬ ਦੇ ਨਕਸ਼ੇ ਕਦਮ 'ਤੇ ਤੁਰਦੇ ਆ ਰਹੇ ਹੋ, ਤੁਸੀਂ ਲਾਇਬ੍ਰੇਰੀ ਨੂੰ ਅੱਗੇ ਬਿਲਟ ਕੀਤਾ, ਅੱਗੇ ਵਧਾਇਆ। ਜਿਹੜੇ ਹੁਣ ਜਿਵੇਂ ਤੁਹਾਡੇ ਹੁਣ ਬੱਚੇ ਨੇ, ਉਹਨਾਂ ਦਾ ਵੀ ਇਸ ਦੇ ਵਿੱਚ ਕੋਈ ਰੁਚੀ ਹੈ ਕੋਈ? ਨਹੀਂ, ਮੈਂ ਹਾਲੇ ਤੱਕ ਦੇਖੋ ਬੱਚਿਆਂ ਦੇ ਇੱਕ ਤਾਂ 2 ਬੇਟੀਆਂ ਮੇਰੀਆਂ, ਅਤੇ ਉਹਨਾਂ ਦਾ ਕਿਉਂਕਿ ਗ੍ਰਸਤੀ, ਮੇਰੇ 3 ਸਿਸਟਰ ਨੇ, ਤਿੰਨੇ ਹੀ ਹਾਈਲੀ ਐਜੂਕੇਟਡ ਨੇ, ਠੀਕ ਹੈ। ਆਪਣੇ ਆਪ ਸਬਜੈਕਟਸ ਉਹਨਾਂ ਨੇ PhDs ਵੀ ਕਰ ਲਈਆਂ, ਪਰ ਉਹਨਾਂ ਇਹਨੂੰ ਸੰਭਾਲਣ ਦਾ ਜ਼ਿੰਮਾ ਮੇਰੇ ਹਿੱਸੇ ਆਇਆ, ਠੀਕ ਹੈ। ਬਾਕੀ ਜਿਹੜੀ ਵਿਰਾਸਤ ਹੁੰਦੀ ਹੈ ਨਾ, ਜਿਵੇਂ ਆਪਾਂ ਕਹਿੰਦੇ ਕੋਠੀ ਹੈ ਜੀ, ਉਹ ਆਪਣੇ ਨਾਲ ਵਾਲੀ, ਪੈਸੇ ਨੇ ਉਹ ਟਰਾਂਸਫਰ ਕਰਾ ਲਏ, ਉਹ ਤਾਂ ਸੌਖੇ ਹੁੰਦੇ ਨੇ। ਇਹਨੂੰ ਸਾਂਭਣਾ ਔਖਾ ਹੁੰਦਾ, ਫਿਰ ਅੱਗੇ ਚਲਾਉਣਾ, ਉਸ ਲੈਗੇਸੀ ਨੂੰ ਲਿਜਾਣਾ, ਇਹ ਔਖਾ ਹੁੰਦਾ। ਸੋ ਔਖਾ ਕੰਮ ਮੈਨੂੰ ਰੱਬ ਨੇ ਸੌਖਾ ਕਰਤਾ ਅਤੇ ਮੈਂ ਚਲਾ ਰਿਹਾ। ਲੇਕਿਨ ਸਟੂਡੈਂਟਸ ਜਿਹੜੇ ਨੇ ਨਾ, ਉਹ ਥੋੜ੍ਹੇ ਜਿਹੇ ਟ੍ਰੇਨਡ ਕਰ ਰਹੇ ਸੀ ਇਸ ਪਾਸੇ, ਕਿਉਂਕਿ ਇਹ ਲਾਇਬ੍ਰੇਰੀ ਮੈਂ ਪਬਲਿਕ ਲਾਇਬ੍ਰੇਰੀ ਵੀ ਨਹੀਂ ਕਹਾਂਗਾ ਅਤੇ ਨਿੱਜੀ ਵੀ ਨਹੀਂ ਕਹਾਂਗਾ, ਕਿਉਂਕਿ ਇਹ ਕੌਮ ਦੀ ਧਰੋਹਰ ਹੈ, ਕੌਮ ਦੀ ਵਿਰਾਸਤ ਹੈ। ਅਤੇ ਜਿੱਥੇ ਵੀ, ਚਾਹੇ ਵਰਲਡ ਵਿੱਚ ਕਿਸੇ ਵੀ ਕੰਟਰੀ 'ਚ ਕੋਈ ਗੁਰਦੁਆਰਾ, ਕੋਈ ਯੂਨੀਵਰਸਿਟੀ, ਜਿੱਥੇ ਵੀ ਚਾਹੀਦਾ ਹੈਗਾ, ਇਸ ਲਾਇਬ੍ਰੇਰੀ ਦੇ ਲਿੰਕ ਅਸੀਂ ਪ੍ਰੋਵਾਈਡ ਕਰਾਵਾਂਗੇ। ਸਰ ਤੁਸੀਂ ਇੱਥੇ ਆਪਣੀ ਲਾਇਬ੍ਰੇਰੀ ਵਿੱਚ ਕਿੰਨਾ ਕੁ ਟਾਈਮ ਸਪੈਂਡ ਕਰਦੇ ਹੋ? ਸਵੇਰ ਜਿਵੇਂ ਸ਼ਾਮ ਦੁਪਹਿਰ ਕਿੰਨਾ ਕੁ ਸਪੈਂਡ ਕਰਦੇ ਹੋ? 10 ਤੋਂ 12 ਘੰਟੇ। ਤੁਸੀਂ ਮਤਲਬ ਤੁਸੀਂ ਵੀ ਤਾਂ ਕਿਤਾਬਾਂ ਪੜ੍ਹਦੇ ਹੋਵੋਗੇ, ਤੁਸੀਂ ਵੀ ਇੱਥੇ? ਮੈਂ ਕਿਤਾਬਾਂ ਪੜ੍ਹਾਂਗਾ ਤਾਂ ਅੱਗੇ ਲਿਖਾਂਗਾ। ਅਤੇ ਜੇ ਆਪਾਂ ਗੱਲ ਕਰੀਏ ਇੱਥੇ ਤੁਸੀਂ ਮਤਲਬ ਹੋਰ ਸਟੂਡੈਂਟ ਵਗੈਰਾ ਵੀ ਕੋਈ ਆਉਂਦੇ ਨੇ, ਜਾਂ ਕਿਸ ਤਰ੍ਹਾਂ ਇਹਨੂੰ ਮੇਨਟੇਨ ਕਰਦੇ ਹੋ? ਨਹੀਂ, ਸਟੂਡੈਂਟ ਵੀ ਆਉਂਦੇ ਨੇ, ਫੇਸਬੁੱਕ 'ਤੇ ਕਈ ਬੰਦੇ ਮੈਸੇਂਜਰ 'ਚ ਸਵਾਲ ਵੀ ਪੁੱਛ ਲੈਂਦੇ ਨੇ। ਪਤਾ ਲੱਗ ਜਾਂਦਾ ਬੰਦਾ ਸਵਾਲ ਕਿਸ ਤਰ੍ਹਾਂ ਪੁੱਛ ਰਿਹਾ, ਅਤੇ ਸਵਾਲ ਪੁੱਛਣ ਦਾ ਵੀ ਢੰਗ ਹੁੰਦਾ। ਅਤੇ ਕਈ ਬੰਦੇ, ਹੁਣ 2 ਬੰਦੇ ਉੱਥੇ UK 'ਚ ਭਾਈ ਰਣਧੀਰ ਸਿੰਘ ਦੇ PhD ਕਰ ਰਹੇ ਨੇ, ਉਹਨਾਂ ਨੂੰ ਕੋਈ ਸਮਾਨ ਚਾਹੀਦਾ ਸੀ, ਜੋ ਮੇਰੇ ਕੋਲ ਸੀ ਮੈਂ ਦੇ ਦਿੱਤਾ, ਠੀਕ ਹੈ। ਉਹ ਇਸ ਤਰ੍ਹਾਂ ਨਹੀਂ ਮੇਰੇ ਲਈ, ਮਤਲਬ ਕਿ ਮੈਨੂੰ ਇਹ ਹੈ ਕਿ ਜਿਹੜਾ ਬੰਦਾ ਕੋਈ ਕੰਮ ਕਰ ਰਿਹਾ, ਤੁਸੀਂ ਕੰਮ ਕਰ ਲਿਆ, ਉਹਨੂੰ ਉਤਸ਼ਾਹਿਤ ਕਰੋ,
ਫਿਰ ਅਸੀਂ ਇੱਕ ਮਿਹਣਾ ਮਾਰਦੇ ਹਾਂ, ਸਾਨੂੰ ਪੜ੍ਹਨ ਦਾ ਸ਼ੌਂਕ ਨਹੀਂ। ਪੜ੍ਹਨ ਦਾ ਸ਼ੌਂਕ ਹੁਣ ਰਵਿੰਦਰ ਨਾਥ ਟੈਗੋਰ ਨੂੰ ਕਿਹਨੇ ਟੈਗੋਰ ਬਣਾਇਆ? ਨੋਬਲ ਪ੍ਰਾਈਜ਼ ਕਿਵੇਂ ਮਿਲ ਗਿਆ? ਬੰਗਾਲੀਆਂ ਨੇ ਬਣਾਇਆ ਨਾ। ਸੋ ਪੰਜਾਬੀ ਜਿਹੜੇ ਨੇ ਉਹ ਆਪਣੇ ਜਿਹੜੇ ਇੰਨੇ ਵੱਡੇ ਇੱਥੇ ਵਿਦਵਾਨ ਹੋਏ ਨੇ, ਉਹਨਾਂ ਨੂੰ ਆਪਾਂ ਅੱਜ ਤੱਕ ਸਿਰਫ ਵੀ ਆ ਤਾਂ ਨਿਰਮਲਿਆ, ਇਹ ਤਾਂ ਹਿੰਦੂ ਮਤ ਦੇ ਨਾਲ ਰਲਿਆ, ਇਹ ਜੀ ਜਿਹੜੇ ਨੇ ਸਨਾਤਨੀ ਨੇ ਇਹ ਵੀ ਹਿੰਦੂ ਮਤ ਨਾਲੇ ਨੇ, ਇਹ ਤਾਂ ਜੀ ਕਿਤੇ RS ਦਾ ਹੀ ਹੋਊਗਾ ਜਾਂ ਸਰਕਾਰ ਦਾ ਹੈਗਾ। ਮੈਂ ਕਿਹਾ ਸਾਡੀ ਹੁਣ ਇਹ ਬਿਰਤੀ ਬਣ ਗਈ ਹੈ। ਮਤਲਬ ਜਾਤੀਵਾਦ ਇਹਦੇ ਵਿੱਚ ਜ਼ਿਆਦਾ ਹੈ? ਨਹੀਂ, ਜਾਤੀਵਾਦ ਨਹੀਂ ਇਹਨੂੰ ਕਹਿ ਸਕਦੇ, ਇਸ ਨੂੰ ਇਹ ਕਹਿ ਸਕਦੇ ਕਿ ਸਿਆਸੀ ਜਿਹੜੀ ਹੈ ਨਾ ਤੁਕਬੰਦੀ, ਸਿਆਸੀ ਜੁਮਲਿਆਂ ਦੇ ਨਾਲ ਤੁਸੀਂ ਉਸ ਰਾਈਟਰ ਦੀ ਗੱਲ ਕਰ ਰਹੇ ਹੋ ਜਿਹਦਾ ਬਾਰੇ ਤੁਹਾਨੂੰ ਪਤਾ ਨਹੀਂ, ਅਤੇ ਜਿੰਨੀ ਤੁਹਾਡੇ ਕੋਲ ਉਨੀ ਤੁਹਾਨੂੰ ਰੱਬ ਨੇ ਅਕਲ ਨਹੀਂ ਦਿੱਤੀ। ਜਿੰਨਾ ਚਿਰ ਰੱਬ ਨੇ ਅਕਲ ਹੀ ਨਹੀਂ ਦਿੱਤੀ, ਮੈਂ ਕਿਸ ਵਿਸ਼ੇ 'ਤੇ ਮੈਨੂੰ ਤੁਸੀਂ ਕੋਈ ਪੁੱਛੋਗੇ ਮੈਨੂੰ ਨਹੀਂ ਪਤਾ ਹੈਗਾ, ਮੈਂ ਕਹਿ ਦਾਂਗਾ ਮੈਨੂੰ ਨਹੀਂ ਪਤਾ, ਮੈਂ ਪੜ੍ਹ ਕੇ ਦੱਸਾਂਗਾ। ਹੁਣ ਵਿਸ਼ੇ ਕਿਸੇ ਦਾ ਨਹੀਂ ਪਤਾ, ਲੇਕਿਨ ਟੰਗ ਹਰੇਕ ਚੜਾਉਣਾ ਹੀ ਹੈ। ਤੈਨੂੰ ਇਹ ਘੜਾਮ ਚੌਧਰੀ ਜਿਹੜੇ ਨੇ ਇਹ ਕੋਈ ਇਹ ਨਹੀਂ ਸਾਡੇ ਸਿੱਖਾਂ 'ਚ ਹੀ ਨੇ, ਇਹ ਸਾਰੀਆਂ ਕੌਮਾਂ 'ਚ ਤੁਰੇ ਫਿਰਦੇ ਨੇ। ਇਹ ਆਪਣੇ ਇੱਥੇ ਹੀ ਬਿਮਾਰੀ ਹੈ, ਕਿਉਂਕਿ ਐਜੂਕੇਸ਼ਨ ਦੀ ਘਾਟ ਹੈ। ਸਰ, ਜੇ ਆਪਾਂ ਗੱਲ ਕਰੀਏ ਜਿਵੇਂ ਅੱਜ ਕੱਲ੍ਹ ਕਿਤਾਬਾਂ ਲੋਕ ਬਹੁਤ ਘੱਟ ਪੜ੍ਹਦੇ ਨੇ, ਉਸ ਨੂੰ ਤੁਸੀਂ ਕਿੱਦਾਂ ਮੈਸੇਜ ਕੀ ਦੇਣਾ ਚਾਹੁੰਦੇ ਲੋਕਾਂ ਨੂੰ? ਮੈਸੇਜ ਤਾਂ ਜੀ ਮਹਾਂਪੁਰਖ ਦਿੰਦੇ ਹੁੰਦੇ, ਅਸੀਂ ਤਾਂ ਇੱਕ ਇੰਸਪੀਰੇਸ਼ਨ ਬਣਨਾ ਚਾਹੁੰਦੇ ਹਾਂ ਵੀ ਤੁਸੀਂ ਭਾਈ ਠੀਕ ਹੈ ਇੰਨੀ ਵੱਡੀ ਲਾਇਬ੍ਰੇਰੀ ਨਹੀਂ ਬਣਾ ਸਕਦੇ, ਪਰ ਕਈਆਂ ਕੋਲ ਸਮਰੱਥਾ ਵੀ ਹੁੰਦੀ ਪੈਸਿਆਂ ਦੀ, ਉਹਦੇ ਕੁਛ। ਪਰ ਜਿਹੜਾ ਵੀ ਬੰਦਾ ਹੈ ਪੰਜਾਬ 'ਚ ਰਹਿ ਰਿਹਾ, ਜਿਹੜੇ ਵੀ ਧਰਮ ਦਾ, ਜਿਹੜੇ ਵੀ ਧਰਮ ਨੂੰ ਮੰਨਦਾ, ਉਹ ਪਹਿਲੀ ਚੀਜ਼ ਤਾਂ ਕਰੇ ਆਪਣੇ ਧਰਮ ਨੂੰ ਪੜ੍ਹ ਲਵੇ, ਉਹਦੀਆਂ ਜ਼ਰੂਰ ਕਿਤਾਬਾਂ ਪੜ੍ਹੇ। ਆਪਣੇ ਧਰਮ ਬਾਰੇ ਜਾਣੂ ਹੋਏਗਾ, ਫਿਰ ਕੁਝ ਦੂਸਰੇ ਧਰਮਾਂ ਬਾਰੇ ਜਾਣੂ ਹੋਣਾ ਉਹਦਾ ਜ਼ਰੂਰੀ ਹੈ। ਜੇ ਆਪਾਂ ਮਿਲ ਜੁਲ ਕੇ ਰਹਿਣਾ, ਕਲਚਰ ਜਿਹੜੀ ਸਾਡੇ ਐਡੀ ਇੱਕ ਹੁੰਦਾ ਕਾਇਨਾਤ ਹੈ ਰੱਬ ਦੀ, ਉਹਦੇ ਕਿੰਨੇ ਕਲਰ ਨੇ, ਉਹ ਕਲਰਸ ਨੂੰ ਜੇ ਆਪਾਂ ਕਹੀ ਮੈਨੂੰ ਇਹ ਕਲਰ ਪਸੰਦ ਨਹੀਂ ਅਤੇ ਫਿਰ ਉਹਨੂੰ ਰੱਬ ਪਸੰਦ ਨਹੀਂ। ਇਹ ਰੱਬ ਦੇ ਹੀ ਸਾਰੇ ਕਲਰ ਨੇ, ਉਹਦੀ ਪੇਂਟਿੰਗ ਹੈ, ਉਹਦੇ 'ਚ ਤੁਸੀਂ ਕਿਸੇ ਕਲਰ ਨੂੰ ਖ਼ਤਮ ਨਹੀਂ ਕਰ ਸਕਦੇ। ਅਤੇ ਆਪਣੇ ਆਪਣੇ ਧਰਮ ਨੂੰ ਅੰਡਰਸਟੈਂਡ ਕਰੋ, ਦੂਸਰੇ ਨੂੰ ਵੀ ਥੋੜ੍ਹਾ ਜਿਹਾ ਅੰਡਰਸਟੈਂਡ ਕਰਕੇ ਉਹਦੀ ਇੱਜ਼ਤ ਕਰਨੀ ਸਿੱਖੋ, ਅਤੇ ਇੱਜ਼ਤ ਕਰੋਗੇ ਤਾਂ ਕੁਛ ਸ਼ਾਂਤੀ ਜਿਹੜੀ ਆ ਆਉਂਦੀ ਹੈ। ਨਹੀਂ ਤਾਂ ਫਿਰ ਜੀ ਮੈਂ ਉੱਥੋਂ ਇੰਨਾ ਮਨੂਸ਼ਨ ਖਰੀਦ ਲਿਆ, ਬੰਬ ਖਰੀਦ ਲਏ, ਉਹ ਖਰੀਦ ਲਿਆ, ਉਹਦੇ ਨਾਲ ਕੀ ਹੈ ਜੀ? ਲੋਕਾਂ ਨੂੰ ਰੋਟੀ ਤਾਂ ਨਹੀਂ ਮਿਲ ਰਹੀ, ਪੈਸਾ ਤਾਂ ਉੱਧਰ ਜਾ ਰਿਹਾ। ਫਿਰ ਉਹ ਜਾਂ ਜੀ ਰਿਸ਼ਵਤ ਇੰਨੀ ਖਾ ਲਈ ਜੀ, ਕਿੱਕ ਬੈਕਸ ਹੋਏ, ਉਹ ਤਾਂ ਕਿੱਕ ਬੈਕਸ ਤਾਂ ਹੋਣਗੇ ਜਿਹੜੇ ਐਡੇ ਸੌਦੇ ਨੇ, ਰੋਟੀ 'ਚ ਵੀ ਸੌਦੇ ਨੇ। ਰੋਟੀ ਜਿਹੜੀ ਹੈ ਲੋਕਾਂ ਲਈ, ਰੋਟੀ ਰੋਜ਼ੀ ਜਿਹੜੀ ਹੈ ਨਾ, ਇਹ 2-3 ਚੀਜ਼ਾਂ, ਰੋਟੀ, ਕੱਪੜਾ, ਮਕਾਨ, ਇਹ ਐਵੇਂ ਨਹੀਂ ਕਿਹਾ। ਅਸੀਂ ਬੇਸਿਕ ਚੀਜ਼ਾਂ ਜਿਹੜੀਆਂ ਜਿੰਨੇ ਚਿਰ ਅਸੀਂ ਆਪਣੇ ਬੰਦਿਆਂ ਨੂੰ ਨਹੀਂ ਪ੍ਰੋਵਾਈਡ ਕਰਦੇ, ਅਸੀਂ ਆਪਣੇ ਨੂੰ ਆਜ਼ਾਦ ਕਿਵੇਂ ਕਹਿ ਸਕਦੇ ਹਾਂ? 73 ਸਾਲ ਸਾਨੂੰ ਆਜ਼ਾਦ ਹੋਏ ਨੂੰ ਹੋ ਗਏ, ਅਤੇ ਇੰਨੇ ਸਾਲ ਜਿਹੜੇ ਨੇ ਆਜ਼ਾਦ ਹੋਏ ਨੂੰ ਜਾਪਾਨ ਹੋ ਗਿਆ, ਉਹਨਾਂ ਨੂੰ ਦੇਖੋ ਚਾਈਨਾ, ਜਾਪਾਨ ਕਿੱਥੇ ਪਹੁੰਚ ਗਏ। ਅਸੀਂ ਉਹ ਪ੍ਰਚਾਰ ਜਿੰਨਾ ਮਰਜ਼ੀ ਉਹਨਾਂ ਦੇ ਅਗੇਂਸਟ ਆਪਣੇ ਮੀਡੀਆ ਤੋਂ ਕਰ ਲਈਏ, ਪਰ ਉਹਨਾਂ ਤੋਂ ਕੁਛ ਸਿੱਖ ਲਈਏ। ਜਿਊਜ਼ ਨੇ ਆਬਾਦੀ 1 ਕਰੋੜ 30 ਲੱਖ, ਅਤੇ ਸਾਰੀ ਇਕੋਨਮੀ, ਸਾਰੀ ਪ੍ਰੈਸ, ਉਹ ਕਿਹੜੀ ਚੀਜ਼ ਹੈ ਜਿਹੜੀ ਕੰਟਰੋਲ ਨਹੀਂ ਕਰਦੇ? ਸਿੱਖਾਂ ਨੂੰ ਵੀ ਕੁਛ ਤਾਂ ਉੱਥੋਂ ਲਿਖਣ। ਸਾਰੇ ਨੋਬਲ ਪ੍ਰਾਈਜ਼ ਵਿਨਰਸ ਉੱਥੋਂ ਆ ਰਹੇ ਨੇ। ਸਾਡੇ ਯੂਨੀਵਰਸਿਟੀ ਦਾ ਕੋਈ ਸਟੈਂਡਰਡ ਨਹੀਂ ਉਨੀਆਂ ਜਿਹੜੀਆਂ ਸਾਡੀਆਂ ਇੱਥੇ ਹੋਣੀਆਂ ਚਾਹੀਦੀਆਂ ਸੀ। ਯੂਨੀਵਰਸਿਟੀਆਂ 'ਚ ਬੰਦੇ ਬਹਿ ਗਏ, ਚੇਅਰਸ ਲੱਗ ਗਈਆਂ, ਲੱਖਾਂ ਰੁਪਏ ਤਨਖਾਹ ਚਲੀ ਗਈ, ਅਤੇ ਰਿਸਰਚ ਵਰਕ ਜ਼ੀਰੋ। ਅੱਜ ਮੈਂ ਮਾਣ ਨਾਲ ਕਹਿਣਾ ਬੈਲਜੀਅਮ 'ਚ ਚੇਅਰ ਨਹੀਂ ਹੈ, ਪਰ ਬੈਲਜੀਅਮ 'ਚ ਵਿਨਾਡ ਐਮ ਕੈਲੀਵੇਟ ਹੈ, ਉਸ ਨੇ ਭਗਤ ਰਵਿਦਾਸ 'ਤੇ, ਭਗਤ ਕਬੀਰ ਜੀ 'ਤੇ, ਭਗਤ ਨਾਮਦੇਵ ਜੀ 'ਤੇ, ਅਤੇ ਸਾਰੇ ਭਗਤ ਬਾਣੀ ਦੇ ਜੋ 3 ਡਿਕਸ਼ਨਰੀਆਂ ਬਣਾਤੀਆਂ, ਜੋ ਰਿਸਰਚ ਕਰਤੀ, ਉਹ ਹਾਲੇ ਤੱਕ ਇੱਥੇ ਹੋਈ ਨਹੀਂ ਕਿਸੇ ਵੀ, ਜਿੰਨੀਆਂ ਮਰਜ਼ੀ ਚੇਅਰਸ ਲਾ ਲਓ। ਇਵੇਂ ਸਾਡੇ ਬਾਕੀ ਚੇਅਰਸ ਦਾ ਹਾਲ ਹੈ। ਉਹ ਚੇਅਰਸ ਬਣ ਗਈਆਂ, ਉਹਦੇ ਤੋਂ ਸਾਲ 'ਚ ਇੱਕ ਸੈਮੀਨਾਰ ਕਰਾ ਦਿਓ, ਉਸ ਸੈਮੀਨਾਰ ਪੇਪਰ ਨੂੰ ਐਡੀਟਡ ਬਾਈ ਜਿਹੜਾ ਚੇਅਰ ਦਾ ਹੈੱਡ ਆ ਉਹ ਕਰ ਦੇਗਾ, ਅਤੇ ਚਲੋ ਜੀ ਮੇਰਾ ਕੰਮ ਸਰ ਗਿਆ। ਗੌਰਮੈਂਟ ਨੂੰ ਵੀ ਹੁਣ ਚਾਹੀਦਾ ਕਿ ਜਿਹੜੇ ਬੰਦੇ ਚੇਅਰਾਂ 'ਤੇ ਲਾਏ ਨੇ ਨਾ, ਜਿਹਨਾਂ ਨੂੰ ਲੱਖ, ਸਵਾ ਲੱਖ, 1.5 ਲੱਖ ਰੁਪਏ ਸੈਲਰੀ ਦੇਣੀ ਹੈ, ਉਹਨਾਂ ਨੂੰ ਪੁੱਛੋ ਆਊਟਪੁੱਟ ਕੀ ਹੈ। ਰਿਸਰਚ ਹੈਗੀ ਹੈ ਉਸ ਪਾਏ ਦੀ, ਅਤੇ ਸਾਡੀ ਯੂਨੀਵਰਸਿਟੀਆਂ ਦਾ ਜਿਹੜਾ ਸਟੈਂਡਰਡ ਹੈ ਉਹ ਬਾਹਰਲੀਆਂ ਨਾਲ ਮਿਲ ਜਾਵੇ, ਕਿਉਂਕਿ ਅੱਗੇ ਬਾਹਰੋਂ ਪੜ੍ਹਨ ਇੱਥੇ ਆਉਂਦਾ ਸੀ ਟੈਕਸਲੈਸ, ਠੀਕ ਹੈ, ਅਤੇ ਉਹ ਹੁਣ ਕਿਉਂ ਨਹੀਂ ਪੜ੍ਹਨ ਉਹਨਾਂ ਦੇ? ਹੁਣ ਅਸੀਂ ਪੜ੍ਹਨ ਜਾਂਦੇ ਹਾਂ ਉੱਥੇ। ਅਨੁਰਾਗ ਜੀ, ਗੱਲ ਕਰੀਏ ਜੇ ਤੁਹਾਡੇ ਕੋਲ ਪੁਰਾਣੀ ਤੋਂ ਪੁਰਾਣੀ ਕਿੰਨੇ ਕੁ ਸਾਲ ਪੁਰਾਣੀ ਤੁਹਾਡੇ ਕੋਲ ਕਿਤਾਬ ਹੈ? ਮੈਂ ਤੁਹਾਨੂੰ ਦੱਸਿਆ ਜੀ ਅੱਗੇ ਵੀ ਕਿਤਾਬਾਂ ਮੇਰੇ ਕੋਲ ਤਾਂ 1848, ਜਿਵੇਂ ਕਨਿੰਗਮ ਦੀ ਹੈ ਬੁੱਕ ਹਿਸਟਰੀ ਆਫ ਦੀ ਸਿੱਖਸ, ਉਹਦੀ ਓਰੀਜਨਲ ਕਾਪੀ ਪਈ ਹੈ। ਇਵੇਂ ਮਕਾਲਫ ਸਾਹਿਬ ਨੇ 1901 'ਚ ਉਹਨਾਂ ਦੀ ਛਪੀ ਸੀ ਸਿੱਖ ਰਿਲੀਜਨ 6 ਵੋਲੀਅਮ 'ਚ, ਉਹਨਾਂ ਦੀ ਵੋਲੀਅਮ ਦੀ ਜਿਹੜੀ ਉਹਨਾਂ ਨੇ ਆਪਣੇ ਹੱਥੀਂ ਕਰੈਕਟ ਕੀਤੀ, ਉਹ 6 ਦੀ 6 ਵੋਲੀਅਮ ਪਈਆਂ ਮੇਰੇ ਕੋਲ। ਹੋਰ ਬੜੀਆਂ ਮਤਲਬ ਕਿ ਕਿਤਾਬਾਂ ਜਿਹੜੀਆਂ ਪੁਰਾਣੀਆਂ ਕਿਤਾਬਾਂ ਦਾ ਕੋਈ ਘਾਟ ਨਹੀਂ ਹੈ,
ਐਵੇਂ ਜਿਹੜੀ ਤੁਕ ਤਤਕਰਾ ਅਕਾਲੀ ਕੌਰ ਸਿੰਘ ਦਾ ਓਰੀਜਨਲ ਪਿਆ। ਤੋ ਇਹ ਉਹ ਮੈਂ ਉਹਨੂੰ ਇੱਕ ਆਪਣਾ ਓਰੀਐਂਟਲ ਰੂਮ ਬਣਾਇਆ, ਉਹ ਤੋਂ ਦਰਖਤ। ਜੇ ਆਪਾਂ ਗੱਲ ਕਰੀਏ ਤਾਂ ਆਲ ਓਵਰ ਤੁਹਾਡੇ ਕੋਲ ਸਾਰੇ ਸਬਜੈਕਟ ਧਾਰਮਿਕ ਸਭ ਕੁਝ ਹੀ ਪਿਆ, ਮਤਲਬ ਕਹਿੰਦਾ ਮਤਲਬ। ਦੇਖੋ ਤੁਸੀਂ ਇੱਥੋਂ ਸ਼ੁਰੂ ਹੋ ਜਾਓ, ਉਹ ਵੈਦਿਕ ਲਿਟਰੇਚਰ, ਪੁਰਾਣਿਕ ਲਿਟਰੇਚਰ, ਉਪਨਿਸ਼ਦ ਲਿਟਰੇਚਰ ਔਰ ਸੇਕਰਡ ਬੁੱਕਸ ਆਫ ਦੀ ਸਾਰੀਆਂ ਪਈਆਂ ਨੇ, ਠੀਕ ਹੈ। ਇੱਧਰ ਬੁੱਧਿਜ਼ਮ ਪਿਆ, ਕ੍ਰਿਸਚੈਨਿਟੀ ਵੀ ਹੈ, ਜੁਡਾਇਜ਼ਮ ਵੀ ਹੈ, ਸਿੱਖਿਜ਼ਮ ਵੀ ਹੈ, ਜੈਨਿਜ਼ਮ ਹੈ, ਬੁੱਧਿਜ਼ਮ। ਪਰ ਮੈਂ ਤਾਂ ਕਦੀ ਇਹਨਾਂ ਨੂੰ ਲੜਦੇ ਨਹੀਂ ਦੇਖਿਆ। ਫਿਰ ਕੌਣ ਲੜਦਾ ਹੈ? ਇੱਕ ਧਾਰਮਿਕ ਕਿਤਾਬਾਂ ਲੜੀਆਂ ਕਦੀ? ਉਹ ਧਾਰਮਿਕ ਕਿਤਾਬਾਂ ਨੂੰ ਇੰਟਰਪ੍ਰੈਟ ਕਰਨ ਵਾਲੇ ਉਹਨਾਂ ਨੂੰ ਪੜ੍ਹੇ ਬਿਨਾਂ ਲੜਾਉਂਦੇ ਨੇ। ਇਹ ਸਾਡਾ ਮੁਲਕ ਦੀ ਸਭ ਤੋਂ ਵੱਡੀ ਜਿਹੜੀ ਕੋਈ ਚੀਜ਼ ਮੁਲਕ ਨੂੰ ਤਬਾਹ ਨਹੀਂ ਕਰ ਸਕਦੀ, ਜਿਹੜੀ ਇਹ ਕੱਟੜਤਾ। ਇਹ ਸੀ ਸਾਡੇ ਨਾਲ ਅਨੁਰਾਗ ਜੀ, ਜਿਨ੍ਹਾਂ ਕੋਲ 100 ਸਾਲ ਪੁਰਾਣੀਆਂ ਕਿਤਾਬਾਂ ਪਈਆਂ ਨੇ, ਅਤੇ ਇਹਨਾਂ ਦਾ ਕਹਿਣਾ ਕਿ ਹਰ ਇੱਕ ਨੂੰ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ, ਕਮ ਸੇ ਕਮ ਆਪਣੇ ਧਰਮ ਬਾਰੇ ਤਾਂ ਜ਼ਰੂਰ ਬੰਦੇ ਨੂੰ ਨੌਲੇਜ ਹੋਣੀ ਚਾਹੀਦੀ। ਕੈਮਰਾਮੈਨ ਪਵਨ ਦੇ ਨਾਲ ਲਖਵਿੰਦਰ ਸਿੰਘ, ਪੰਜਾਬੀ ਲੋਕ ਚੈਨਲ, ਲੁਧਿਆਣਾ।